ਉਹ ਸਹੀ ਹੈ, PM ਸਾਹਿਬ ਸਹੀ ਹੈ, ਉਹ ਚਾਹੁੰਦੇ ਹੈ ਵੀ ਗਰੀਬੀ ਚੱਕੀ ਜਾਵੇ, ਰੁਜ਼ਗਾਰ ਮਿਲੇ। ਰੁਜ਼ਗਾਰ ਮਿਲਣਾ ਕੰਪਨੀਆਂ ਦੇ ਨਾਲ ਹੀ। ਤੁਸੀਂ ਆਪਣੀ ਕੰਪਨੀ ਖੋਲ੍ਹ, ਤੁਸੀਂ ਕਿਉਂ ਡਰਦੇ ਹੋ? ਤੁਹਾਨੂੰ ਕਿਹੜਾ ਕਿਸੇ ਨੇ ਕਿਹਾ ਕੁਛ? ਤੁਸੀਂ ਆਪਣੀ ਕੰਪਨੀ ਖੋਲ੍ਹੋ। ਉਹਨਾਂ ਤੋਂ ਪਤਾ ਹੀ ਨਹੀਂ ਹੈਗਾ। ਮੈਂ ਉਹਨਾਂ ਤੋਂ ਮੰਗਿਆ, ਮੈਂ ਕਿਹਾ ਰਾਜਲ ਸਾਹਿਬ ਦਾ ਨੰਬਰ ਦੇ ਦਿਓ। ਕਹਿੰਦੇ ਸਾਡੇ ਕੋਲ ਤਾਂ ਪਤਾ ਹੀ ਨਹੀਂ ਹੈਗਾ, ਸਾਡੇ ਕੋਲ ਤਾਂ ਨੰਬਰ ਹੀ ਨਹੀਂ, ਸਾਡੇ ਤਾਂ ਗੱਲ ਹੀ ਨਹੀਂ ਕਰਦੇ। ਮੈਂ ਕਿਹਾ ਤੁਸੀਂ ਬੈਠੇ ਕਿਉਂ ਇੱਥੇ ਫਿਰ? ਕਹਿੰਦਾ ਬਸ ਤੂੰ ਹੀ ਬੈਠੇ ਆ, ਬਸ ਠੀਕ ਹੈ ਕਹਿਤਾ ਬੈਠੇ ਆ। ਕਹਿੰਦਾ ਗੱਲਾਂ ਮਾਰ ਕੇ ਚੱਲ ਜੰਨੇ ਅਸੀਂ। ਭਾਈ ਜੀ ਮੈਂ ਗਿਆ ਸੀਗਾ, ਮੈਂ ਤਾਂ ਸਿੰਘੂ ਬਾਰਡਰ ਜਾ ਕੇ ਆਇਆ, ਮੈਨੂੰ ਤਾਂ ਬੋਲਣ ਦਾ ਮੌਕਾ ਨਹੀਂ ਦਿੱਤਾ। ਉਹ ਕਹਿੰਦੇ ਪਹਿਲਾਂ 32 ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਜਿਹੜੇ ਮੇਨ ਬੰਦੇ ਉਹੀ ਬੋਲਣਗੇ। ਮੈਂ ਕੱਲ ਲੜ ਕੇ ਵੀ ਆਇਆ ਉਹਨਾਂ ਨਾਲ। ਇੱਕ ਬੰਦਾ ਮੈਨੂੰ ਕਹਿੰਦਾ ਬਾਈ ਤੂੰ ਤਾਂ ਐਵੇਂ ਕੰਪਨੀਆਂ ਦੀ ਗੱਲਾਂ ਕਰਦਾ। ਮੈਂ ਕਿਹਾ ਵੀਰੇ ਮੇਰੀ ਗੱਲ ਸੁਣ ਲੈ, ਤੂੰ ਬੇੜਾ ਬਿਠਾ ਦੇਂਗਾ ਦੇਸ਼ ਦਾ। ਆ ਬੰਦ ਕਰਕੇ ਨਾ ਆਹ ਜਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹੋ ਇਹ ਗਲਤ ਹੈ। ਮੈਨੂੰ ਕਹਿੰਦੇ ਤੂੰ ਜਾ ਇੱਥੋਂ ਕੰਪਨੀਆਂ ਨਾਲ, ਤਾਂ ਅਸੀਂ ਮੈਨੂੰ ਭਜਾਤਾ। ਕੋਈ ਗੱਲ ਨਹੀਂ ਪੁੱਤ, ਫੇਰ ਆਊਂਗਾ ਦੁਬਾਰਾ। ਕਹਿੰਦੇ ਕਿ ਕਿਸਾਨ ਉਹਨਾਂ ਅਪਡੇਟ ਨਹੀਂ ਹੈਗਾ, ਕਿਸਾਨ ਉਹਨਾਂ ਪੜ੍ਹਿਆ ਲਿਖਿਆ ਨਹੀਂ ਕਿ ਸਾਰੇ 2 ਮਿੰਟਾਂ 'ਚ ਅਪਡੇਟ ਕਰੂ। ਅਨਪੜ੍ਹ ਨੂੰ ਪੜ੍ਹਿਆ ਲਿਖਿਆ ਬਣਾ ਦੂੰ 2 ਮਿੰਟਾਂ 'ਚ। ਇੱਦਾਂ ਕਿਸਾਨਾਂ ਦੇ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਤਾਂ ਉੱਥੇ ਸਾਰੇ ਬੇਫਜ਼ੂਲ ਬੈਠੇ ਨੇਗੇ, ਉਹਨਾਂ ਨੂੰ ਹਾਂ ਮੈਂ ਕਹਿਣਾ ਉੱਥੇ ਤਾਂ ਭੋਲੇ ਭਾਲੇ ਲੋਕ ਬੈਠੇ ਆ। ਜਿਹੜਾ ਬੰਦਾ ਮੂਹਰੇ ਹੈ ਉਹ ਬੰਦੇ ਦੀ ਸੋਚ ਹੀ ਨਹੀਂ ਹੈਗੀ ਵੀ ਮੈਂ ਜਾਊਂਗਾ। ਉਹ ਤਾਂ ਉੱਥੇ ਬੈਠੇ ਆ 40 ਕਿਲੋਮੀਟਰ ਪਿੱਛੇ ਬੈਠੇ। ਜਿਹੜੇ ਗੱਲ ਕਰਨੀ ਤੁਸੀਂ PM ਨਾਲ ਜਾ ਕੇ ਕਰੋ, 2 ਬੰਦੇ ਕਰ ਲਓ ਗੱਲ। ਇੰਨੇ ਲੋਕਾਂ ਨੂੰ ਬਿਠਾਉਣ ਦਾ ਕੀ ਫਾਇਦਾ? ਉੱਥੇ ਬੈਠੇ ਬੈਠੇ ਮਰ ਜਾਣਗੇ। 300 ਲੋਕੀ ਮਰੇ ਆ, ਤੁਹਾਨੂੰ ਪਤਾ ਹੈ ਮਰੇ ਆ। ਤਾਂ ਉਹਦਾ ਕਾਰਨ ਕੌਣ ਹੈ? PM ਨੇ ਗੋਲੀ ਤਾਂ ਨਹੀਂ ਚਲਾਈ, ਇਸ ਚੀਜ਼ ਦੀ ਮੈਂ ਗਰੰਟੀ ਦਿੰਦਾ। ਸਿੰਘੂ ਬਾਰਡਰ ਤੁਸੀਂ ਉੱਥੇ ਜਾ ਕੇ ਗੱਲ ਕਰੀ, ਚਲੋ ਚਿੱਠੀ ਵੀ ਪੜਾਈ ਹੋਣੀ ਆ ਉੱਥੇ। ਬਾਈ ਚਿੱਠੀ ਮੇਰੀ ਪੜ੍ਹੀ ਨਹੀਂ, ਚਲੋ ਉਹੀ ਗੱਲ ਆ ਗਈ ਵੀ ਚਲੋ ਉੱਥੇ ਤੁਸੀਂ ਦੱਸਿਆ। ਇਹ ਫਿਰ ਅੱਗੇ ਵੀ ਕੰਪੇਨਿੰਗ ਸ਼ੁਰੂ ਰੱਖਿਓ। ਮੈਂ ਤਾਂ ਕਹਿਣਾ ਚੁਕਾਓ ਸਹੀ, ਮੈਂ ਤਾਂ ਫੱਟੇ ਚੱਕ ਦੂੰ। ਮਤਲਬ ਦੇਸ਼ ਇੱਕ ਹੋ ਜਾਓ। ਆਪਾਂ PM ਤੋਂ ਹੀ ਮਨਾ ਲਾਂਗੇ 2 ਮਿੰਟਾਂ। ਜਿਹੜੇ ਉਹਨਾਂ ਨੂੰ 8 ਮਹੀਨੇ ਹੋ ਗਏ ਨਾ, ਮੈਂ ਕਹਿਣਾ 2 ਦਿਨਾਂ 'ਚ ਕਰਾ ਸਕਦਾ ਮੈਂ ਕੰਮ ਇੱਦਾਂ ਕਰਕੇ। ਭਾਜੀ 15 ਦਿਨਾਂ ਤੱਕ ਤਾਂ ਵੇਟ ਕਰਾਂ ਮੈਂ, ਸਿੱਧੀ ਜੀ ਗੱਲ ਹੈ। ਕੋਈ ਗੱਲ ਨਹੀਂ, ਮੈਂ ਹੋਰ ਭਾਜੀ ਮੈਂ ਫੱਟੇ ਚੱਕ ਦੂੰ, ਕੋਈ ਚੱਕਰ ਨਹੀਂ। ਮੈਂ PM ਤੱਕ ਫਿਰ ਅਪਰੋਚ ਕਰੂੰ। ਮੈਂ ਪਿੱਛੇ ਹਟਣ ਵਾਲਾ ਨਹੀਂ ਹੈਗਾ। ਅੰਬਾਨੀ ਦਾ ਨਹੀਂ ਖਾ ਰਿਹਾ, ਕਿਸਾਨ ਕਿਹੜਾ ਨਹੀਂ ਖਾ ਰਿਹਾ? ਉਹਨਾਂ ਨੂੰ ਕਿਸੇ ਦਾ ਪੈਸਾ ਖਾਣਾ ਪਾਪ ਹੈ। ਮੈਂ ਤਾਂ ਕਹਿਣਾ ਲੱਖਾ ਸਧਾਨਾ, ਦੀਪ ਸਿੱਧੂ ਕਿੰਨੇ ਘੈਂਟ ਬੰਦੇ ਆ, ਲੀਡਰ ਹੈ ਉਹ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਕਿਸਾਨੀ ਅੰਦੋਲਨ ਨੂੰ ਲੈ ਕੇ ਬਹੁਤ ਸਾਰੀਆਂ ਰਾਇਵਾਂ ਅਸੀਂ ਦੇਖਦੇ ਹਾਂ, ਕਿਉਂਕਿ ਬੜੀ ਚਿੰਤਾ ਵਧੀ ਹੈ, ਕਿਉਂਕਿ ਕਿਸਾਨ ਲਗਾਤਾਰ ਉੱਥੇ ਬੈਠੇ ਨੇ, ਸ਼ਹੀਦ ਹੋ ਰਹੇ ਨੇ। ਬਹੁਤ ਸਾਰੀਆਂ ਪਰੇਸ਼ਾਨੀਆਂ, ਦਿੱਕਤਾਂ ਸਰਦੀ ਦੀਆਂ, ਗਰਮੀ ਦੀਆਂ ਬਣੀਆਂ ਹੋਈਆਂ ਨੇ, ਪਰ ਫਿਰ ਵੀ ਕਿਸਾਨ ਡਟਿਆ ਹੋਇਆ। ਇਸੇ ਦੇ ਦੌਰਾਨ ਦੇਖਿਆ ਜਾਵੇ ਬਹੁਤ ਸਾਰੇ ਲੋਕਾਂ ਨੇ ਆਪਦੀ ਰਾਏ ਵੀ ਰੱਖੀ ਹੈ ਕਿ ਆਖਰ ਇਸ ਅੰਦੋਲਨ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ, ਯਾਨੀ ਕਿ ਕਿਸਾਨ ਨੂੰ ਉਹਦਾ ਹੱਕ ਦੇ ਕੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਘਰ ਭੇਜਿਆ ਜਾ ਸਕਦਾ, ਕਿਸਾਨ ਦੀ ਗੱਲ ਕਿਵੇਂ ਸਰਕਾਰ ਮੰਨ ਸਕਦੀ ਆ, ਪੂਰਾ ਸਿਸਟਮ ਵੀ ਨਾ ਹਿੱਲੇ। ਇਸੇ ਦੇ ਦੌਰਾਨ ਜੇ ਕਹੀਏ ਕਿ ਇੱਕ ਚਿੱਠੀ ਚੰਡੀਗੜ੍ਹ ਦੇ ਇੱਕ ਮੁੰਡੇ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਆ। ਚਿੱਠੀ ਹੈ ਜਿਹੜੀ ਉਹਨੇ ਉੱਥੇ ਸਬਮਿਟ ਕਰਵਾਈ ਆ, ਆਈਡੀਆ ਨੇ ਦਿੱਤਾ। ਖੈਰ ਇਹ ਆਈਡੀਆ ਦੇ ਵਿੱਚ तमाम ਗੱਲਾਂ ਉਹਨੇ ਲਿਖੀਆਂ ਨੇ। ਹੈਰੀ ਸਿੱਗੂ ਖੁਦ ਸਾਡੇ ਨਾਲ, ਉਹਦੇ ਨਾਲ ਗੱਲ ਕਰਾਂਗੇ ਕਿ ਕੀ ਆਖਰਕਾਰ ਉਹਦਾ ਆਈਡੀਆ ਹੈਗਾ ਤੇ ਉਹ ਕਿਵੇਂ ਸਮਝਦਾ ਹੈ ਕਿ ਸਰਕਾਰ ਦੀ ਜਿਹੜੀ ਗੱਲ, ਕਿਉਂਕਿ ਅੜੀ ਬਣੀ ਆ, ਅੜੀ ਦੇ ਵਿੱਚ ਕਿਹਾ ਜਾ ਰਿਹਾ ਕਿ ਸਰਕਾਰ ਵੀ ਕਹਿੰਦੀ ਅਸੀਂ ਨੀਚੇ ਨਹੀਂ ਲੱਗਣਾ, ਦੂਜੇ ਪਾਸੇ ਕਿਸਾਨ ਕਹਿੰਦਾ ਅਸੀਂ ਗੱਲ ਮਨਵਾਉਣੀ ਹੈ, ਤਾਂ ਦੋਨਾਂ ਦੀ ਰਹਿ ਸਕਦੀ ਆ। ਇਹ तमाम ਗੱਲਾਂ ਨੇ ਇਸ ਚਿੱਠੀ ਦੇ ਉੱਤੇ ਲਿਖੀਆਂ ਹੋਈਆਂ ਨੇਗੀਆਂ। ਪ੍ਰਧਾਨ ਮੰਤਰੀ ਆਫਿਸ 'ਚ ਇਹ ਚਿੱਠੀ ਜਾ ਚੁੱਕੀ ਆ। ਤੇ ਹੁਣ ਗੱਲ ਆਖਰ ਹੈਰੀ ਸਿੱਧੂ ਨਾਲ ਕਿ ਆਖਰ ਹੈਰੀ ਕਿਵੇਂ ਸਮਝਦੇ ਹੋ? ਅੰਦੋਲਨ ਦੇਖ ਲਿਆ ਹੋਊਗਾ, ਬੜੇ ਮਹੀਨੇ ਹੋ ਗਏ, ਦਿੱਕਤਾਂ ਪਰੇਸ਼ਾਨੀਆਂ ਬਣੀਆਂ ਹੋਈਆਂ ਨੇ। ਇਹ ਚਿੱਠੀ ਦੇ ਜ਼ਰੀਏ ਕੀ ਤੁਸੀਂ ਆਈਡੀਆ ਦਿੱਤਾ? ਵੈਸੇ ਤਾਂ ਕਹਿੰਦੇ ਮੋਦੀ ਸੁਣਦਾ ਨਹੀਂ ਕਿਸੇ ਦੀ, ਜ਼ਿਆਦਾਤਰ ਕਿਸਾਨ ਇਹੀ ਗੱਲ ਕਹਿੰਦੇ ਨੇ, ਪਰ ਕੀ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਮਸਲਾ ਹੱਲ ਹੋ ਜੇ? ਐਕਚੁਅਲੀ ਗੱਲ ਇਹ ਹੈ ਭਾਜੀ, ਇਹਦੇ ਵਿੱਚ ਨਾ ਤਾਂ CM ਦਾ ਕਸੂਰ ਹੈ ਤੇ ਨਾ PM ਦਾ ਕਸੂਰ ਹੈ, ਠੀਕ ਹੈ। ਐਕਚੁਅਲੀ ਗੱਲ ਹੈ ਪ੍ਰਾਈਵੇਟਾਈਜੇਸ਼ਨ ਦੀ। ਇਹ 1930 ਦੇ ਵਿੱਚ ਸਟਾਰਟ ਹੋਈ ਸੀਗੀ। ਪੀਟਰ FD ਨਾਮ ਦਾ ਬੰਦਾ ਸੀ, ਉਹ ਆਸਟਰੀਆ ਦਾ ਬੰਦਾ ਸੀਗਾ। ਉਹਨੇ ਪ੍ਰਾਈਵੇਟਾਈਜੇਸ਼ਨ ਕਰਵਾਈ ਸੀ। ਉਹਦੇ ਨਾਲ ਕੀ ਸੀਗਾ ਕਿ ਕੋਈ ਵੀ ਦੇਸ਼ ਜਾਂ ਕੋਈ ਵੀ ਕੰਪਨੀ ਵੈਲਥ ਇਕੱਠੀ ਕਰ ਸਕਦੀ ਹੈ ਤੇ ਜਿਹੜਾ ਕੰਮ ਹੈ ਉਹ ਜਲਦੀ ਕਰ ਸਕਦੀ ਹੈ, ਹੈ ਨਾ। ਬਟ ਹੁਣ ਜਿਹੜਾ ਉਹ ਚੀਜ਼ ਦੇ 1-2 ਮਤਲਬ ਜਿਹੜੀਆਂ ਕਮੀਆਂ ਸੀਗੀਆਂ, ਉਹ ਕੀ ਸੀਗੀਆਂ, ਉਹਨਾਂ ਨੂੰ ਉਹ ਨਹੀਂ ਸੋਚਿਆ ਸੀ ਵੀ ਵੈਲਥ ਤਾਂ ਇਕੱਠੀ ਕਰ ਲਾਂਗੇ, ਨੋ ਡਾਊਟ, ਪਰ ਜਿਹੜੇ ਬੰਦੇ ਕੰਪਨੀ ਨਹੀਂ ਲਾਉਣਗੇ ਉਹਨਾਂ ਦਾ ਪੰਗਾ ਪੈ ਜਾਊਗਾ। ਉਹਦੇ ਨਾਲ ਫਿਰ ਉਹ ਇਕੱਠੇ 2-4 ਲੋਕਾਂ ਕੋਲ ਪੈਸਾ ਆ ਜਾਊਗਾ, ਬਾਕੀ ਰਹਿ ਜਾਣਗੇ। ਬਾਕੀਆਂ ਦਾ ਕੀ ਬਣੂਗੀ? ਫਿਰ ਬਾਕੀ ਲੇਬਰ ਬਣੂਗੀ। ਜਾਂ ਤਾਂ ਸਾਰੇ ਲੋਕੀ ਕੰਪਨੀਆਂ ਲਾਉਣ, ਉਹ ਲਾ ਨਹੀਂ ਸਕਦੇ ਕਿਉਂਕਿ ਹਰ ਕਿਸੇ ਕੋਲ ਪੈਸਾ ਨਹੀਂ ਹੁੰਦਾ। ਪਰ ਇਹਦੇ ਲਈ ਹਰ ਇੱਕ ਬੰਦੇ ਨੂੰ ਰੁਜ਼ਗਾਰ ਦੇਣਾ ਬਹੁਤ ਜ਼ਰੂਰੀ ਹੈ, ਕਿਉਂਕਿ ਲੋਕਾਂ ਕੋਲ ਪੈਸਾ ਜਾਵੇ, ਸਰਕਲ ਹੋਵੇ, ਤਦ ਹੀ ਕੋਈ ਵੀ ਦੇਸ਼ ਤਰੱਕੀ ਕਰਦਾ, ਠੀਕ ਹੈ। ਜੇ ਤੁਸੀਂ ਪੈਸਾ ਨਹੀਂ ਦੋਗੇ, ਲੋਕ ਮਰ ਜਾਣਗੇ। ਹੁਣ 300 ਲੋਕ ਮਰ ਗਏ ਜਾਂ ਕਿਵੇਂ ਵੀ ਹੈ, ਉਹ ਇੱਕ ਬੰਦੇ ਦੀ ਸੋਚ ਹੈ। ਜਿਵੇਂ ਮੰਨ ਲਓ ਅੰਦੋਲਨ ਹੈ, ਅੰਦੋਲਨ ਇੱਕ ਬੰਦੇ ਦੀ ਸੋਚ ਹੈ ਕਿ ਤੁਸੀਂ ਸੜਕਾਂ ਰੋਕੋ, ਸਰਕਾਰ ਤੇ ਪ੍ਰੈਸ਼ਰ ਬਣੂਗਾ, ਬਟ ਉਹ ਗਲਤ ਹੈ ਗੱਲ। ਕਿਉਂਕਿ ਤੁਸੀਂ ਇਹ ਦੇਖੋ ਵੀ ਉਹਦੇ ਸਾਈਡ ਇਫੈਕਟ ਕੀ ਹੈ। ਇਕਨੋਮੀ ਤੁਹਾਡੀ ਡਾਊਨ ਹੋ ਜਾਏਗੀ, ਤੁਹਾਡਾ ਕੰਮ ਨਹੀਂ ਚੱਲੇਗਾ, ਤੁਹਾਡੇ ਦੇਸ਼ ਦਾ ਬੇੜਾ ਗਰਕ ਹੋ ਜਾਏਗਾ, ਠੀਕ ਹੈ। ਨਹੀਂ, ਪਰ ਕਿਸਾਨ ਕਹਿੰਦੇ ਅਸੀਂ ਮਰ ਜਾਾਂਗੇ ਨਹੀਂ ਜੇ ਆਹ ਚੀਜ਼ ਨਾ ਕਰੀ, ਪ੍ਰੈਸ਼ਰ ਨਾ ਪਾਇਆ। ਬਾਈ ਜੀ ਪ੍ਰੈਸ਼ਰ ਪਾਉਣ ਦਾ ਮਤਲਬ ਇਹ ਥੋੜ੍ਹਾ ਹੁੰਦਾ ਕਿ ਤੁਸੀਂ ਬਿੱਲ ਹੀ ਆਇਆ, ਬਿੱਲ ਤੋਂ ਡਰ ਗਏ ਤੁਸੀਂ। ਉੱਦਾਂ ਤਾਂ ਕਹਿੰਦੇ ਆਪਾਂ ਵੀ ਜੱਟ ਬਹੁਤ ਘੈਂਟ ਆ, ਆਏ ਆ ਕਿਸਾਨ ਉਹ ਹੈ, ਤੇ ਬਿੱਲਾਂ ਤੋਂ ਡਰ ਗਏ ਨਾ। ਤੁਸੀਂ ਉਹ ਮਤਲਬ ਚੀਜ਼ ਕਰੋ, ਫੋਲੋ ਨਾ ਕਰੋ। ਜਦੋਂ ਕੋਈ ਆਇਆ ਨਾ ਮਤਲਬ ਉਹਦੇ ਨਾਲ ਟਾਈ ਅਪ ਕਰੋ,
ਮੇਨ ਤਾਂ ਕੰਟਰੈਕਟ ਦੀ ਗੱਲ ਹੈ ਨਾ। ਜੇ ਕੰਟਰੈਕਟ ਨਾ ਕਰੋਗੇ ਤੁਹਾਡੇ ਕਿਹੜਾ ਘਰੇ ਆ ਕੇ ਕੋਈ ਉਹ ਕਰ ਲੂਗਾ ਵੀ ਹਾਂ ਜੀ ਗੋਲੀ ਮਾਰ ਕੇ ਕੁਛ ਹਨਾ। ਕਹਿੰਦੇ ਜਦੋਂ ਲਾਲਚ ਦੇਤਾ ਤਾਂ ਬਹੁਤ ਸਾਰੇ ਸਾਡੇ ਵੀਰ ਕਿਤੇ ਉਹਨਾਂ ਦੇ ਬਹਿਕਾਵੇ ਚ ਨਾ ਜਾਣ, ਉਹ ਗਲਤ ਨੀਤੀਆਂ ਜੇ ਚ ਲਾਲਚ ਦੇਤਾ ਤੁਹਾਨੂੰ ਕਿਹੜਾ ਪਤਾ ਨਹੀਂ ਹੈਗਾ, ਤੁਸੀਂ ਕਿਹੜਾ ਬੱਚੇ ਹੋ। ਲਾਲਚ ਨਾ ਲਓ, ਤੁਹਾਨੂੰ ਪਤਾ ਮਰਾਂਗੇ ਕੱਲ ਨੂੰ, ਨਾ ਲਾਲਚ ਲਓ। ਇਹ ਤਾਂ ਤੁਹਾਡੀ ਗਲਤੀ ਹੈ ਨਾ, ਕੋਈ ਤਾਂ ਤੁਹਾਨੂੰ ਕੁਝ ਨਹੀਂ ਕਹਿੰਦਾ। ਲਾਲਚ ਤਾਂ ਗੱਡੀਆਂ ਦਾ ਵੀ ਹੈ, ਜਿਹੜੀ 2 ਲੱਖ ਦੀ ਗੱਡੀ ਨਹੀਂ ਹੁੰਦੀ 50 ਲੱਖ ਦੀ ਵਿਕਦੀ ਹੈ। ਕੀ ਗੱਲ ਹੈ, ਲਾਲਚ ਹੈ। ਪਰ ਇਹਦੇ ਵਿੱਚ ਕਹਿੰਦੇ ਜਿਹੜੇ ਕਾਨੂੰਨ ਦੇ ਵਿੱਚ ਪਲਾਂਜੇ ਇਹੋ ਜਿਹੇ ਬਣਾਏ ਨੇ, ਬਾਅਦ ਚ ਕਿਸਾਨ ਨਿਕਲ ਨਹੀਂ ਸਕਦਾ ਉਹਦੇ ਚ। ਮਤਲਬ ਮੈਂ ਸਮਝਿਆ ਨਹੀਂ ਵੀ ਜਿਹੜੇ ਉਹਦੇ ਵਿੱਚ ਲਾਅ ਇਸ ਤਰ੍ਹਾਂ ਦੇ ਬਣਾਏ ਨੇ ਕਿ ਉਹ ਕੱਲ ਨੂੰ ਕਿਸਾਨ ਵਾਸਤੇ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ, ਜੇ ਤੁਹਾਨੂੰ ਲਾਅ ਤੁਹਾਨੂੰ ਲੱਗਦਾ ਕਿ ਕੰਪਨੀਆਂ ਦੇ ਫਾਇਦੇ ਦੇ ਹੈ ਤਾਂ ਤੁਸੀਂ ਖੁਦ ਕੰਪਨੀ ਬਣਾ ਲਓ ਇੱਕ, ਉਹ ਕੰਪਨੀ ਨਾਲ ਤੁਹਾਡੇ ਹਿਸਾਬ ਨਾਲ ਚੱਲੂ। ਮੈਂ ਕਹਿਣਾ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀਗਾ ਵੀ ਜੋ ਇੱਕ ਕੰਪਨੀ ਕਹੂਗੀ ਅਸੀਂ ਉਹੀ ਚੀਜ਼ ਕਰਾਂਗੇ। ਫਿਰ ਪੂਰੇ ਕਿਸਾਨ ਇਕੱਠੇ ਹੋ ਕੇ ਇੱਕ ਕੰਪਨੀ ਬਣਾ ਲੈਣ, ਉਹ ਜੋ ਵੀ ਫੈਸਲਾ ਕਰਨਗੇ ਉਹਦੇ ਤੇ ਸੰਸਦ ਦੇ ਵਿੱਚੋਂ ਮੋਹਰ ਲੱਗ ਜੂਗੀ ਤੇ ਉਹੀ ਚੀਜ਼ ਪਾਸ ਹੋ ਜੂਗੀ। ਉਹ ਤਾਂ ਮੰਨ ਨਹੀਂ ਰਹੇ ਨਾ, ਉਹ ਤਾਂ ਜੇ ਕਹੀਏ ਕਿ ਜਿੰਨੇ ਵੀ ਮੰਤਰੀਆਂ ਨਾਲ ਮੀਟਿੰਗਾਂ ਹੋਈਆਂ 10-11 ਮੀਟਿੰਗਾਂ ਹੋਈਆਂ, ਜੇ ਕਹੀਏ ਕੰਪਨੀ ਤੁਸੀਂ ਕਿਹਾ ਵੀ ਕੰਪਨੀ ਬਣਾ ਲਓ, ਪਰ ਉਹ ਕਹਿੰਦੇ ਵੀ ਕੰਪਨੀ ਨਹੀਂ ਬਣਾਉਂਦੇ, ਪਰ ਆਪਦੀ ਰਾਏ ਤਾਂ ਉਹਨਾਂ ਨੇ ਰੱਖਤੀ ਨਾ, ਉਹ ਤਾਂ ਗੱਲ ਕੋਈ ਮੰਨਣ ਨੂੰ ਤਿਆਰ ਨਹੀਂ ਹੈਗਾ। ਭਾਜੀ ਕੰਪਨੀ ਨਹੀਂ ਬਣਾਉਣਗੇ ਫਿਰ ਵੀ ਲੋਕੀ ਗਏ, ਕਿਸਾਨ ਤੱਕ ਗਏ, ਕਿਉਂਕਿ ਅੱਜ ਦੇ ਟਾਈਮ ਕੰਪਨੀ ਦੀ ਬਹੁਤ ਜ਼ਿਆਦਾ ਲੋੜ ਹੈ ਇੰਡੀਆ ਨੂੰ। ਜੇ ਇੰਡਸਟਰੀ ਇੱਥੇ ਲੱਗੂ ਤਾਂ ਹੀ ਦੇਸ਼ ਤਰੱਕੀ ਕਰੂ, ਨਹੀਂ ਦੇਸ਼ ਤਰੱਕੀ ਕਰਦਾ, ਗਰੰਟੀ ਦਿੰਦਾ ਮੈਂ ਇਸ ਚੀਜ਼ ਦੀ। ਤੇ ਤੁਸੀਂ ਆਪ ਇੱਕ ਜੱਟ ਜ਼ਿਮੀਂਦਾਰ ਪਰਿਵਾਰ ਚੋਂ ਹੋਗੇ, ਉਹਦੇ ਬਾਵਜੂਦ ਤੁਸੀਂ ਸਮਝਦੇ ਹੋ ਵੀ ਜਿਹੜੀ ਗੱਲ ਇਹ ਕੀਤੀ ਜਾ ਰਹੀ ਹੈ ਠੀਕ ਹੈ, ਵੀ ਉਹਨੂੰ ਸਿਸਟਮੈਟਿਕਲੀ ਤੋਰਨ ਦੀ ਲੋੜ ਹੈ? ਯੈਸ, ਉਹ ਸਹੀ ਹੈ। ਪੀਐਮ ਸਾਹਿਬ ਸਹੀ ਹੈ, ਉਹ ਚਾਹੁੰਦੇ ਆ ਵੀ ਗਰੀਬੀ ਚੱਕੀ ਜਾਵੇ, ਰੁਜ਼ਗਾਰ ਮਿਲੇ। ਰੁਜ਼ਗਾਰ ਮਿਲਣਾ ਕੰਪਨੀਆਂ ਦੇ ਨਾਲ ਹੀ। ਤੁਸੀਂ ਆਪਣੀ ਕੰਪਨੀ ਖੋਲ ਲਓ, ਤੁਸੀਂ ਕਿਉਂ ਡਰਦੇ ਹੋ? ਤੁਹਾਨੂੰ ਕਿਹੜਾ ਕਿਸੇ ਨੇ ਕਿਹਾ ਕੁਝ? ਤੁਸੀਂ ਆਪਣੀ ਕੰਪਨੀ ਖੋਲੋ। ਇਹ ਲੈਟਰ ਤੁਸੀਂ ਕੀ ਲਿਖਿਆ ਇਹਦੇ ਵਿੱਚ ਕੀ ਮੈਂ ਸਿੱਧੀ ਜੀ ਗੱਲ ਲਿਖੀ ਹੈਗੀ ਹੈ ਕਿ ਮੈਂ ਆਪਣੀ ਕੰਪਨੀ ਸਾਰੇ ਕਿਸਾਨਾਂ ਨੂੰ ਗਿਫਟ ਕਰਤੀ ਹੈ, ਸਾਰੇ ਇੰਡੀਆ ਦੇ ਲੋਕਾਂ ਨੂੰ। 150 ਕਰੋੜ ਮੰਨ ਲਓ, 150 ਕਰੋੜ ਲੋਕਾਂ ਦੀ ਇਹ ਕੰਪਨੀ ਹੈ। ਹਰ ਕੋਈ ਬੰਦਾ ਇਹ 'ਚ ਪ੍ਰਧਾਨ ਮੰਤਰੀ ਹੈ, ਮਤਲਬ ਮੰਨ ਕੇ ਚਲੋ ਕਿ ਪ੍ਰਧਾਨ ਮੰਤਰੀ ਕਿਵੇਂ ਪ੍ਰਧਾਨ ਮੰਤਰੀ, ਮੈਂ ਤੁਹਾਨੂੰ ਦੱਸਦਾ। ਮੰਨ ਲਓ ਕੋਈ ਚੀਜ਼ ਤੁਸੀਂ ਉੱਠ ਕੇ ਕਹਿਤਾ ਜੀ ਆਹ ਚੀਜ਼ ਐਦਾਂ ਕਰਕੇ ਵੀ ਆਹ ਚੀਜ਼ ਸਹੀ ਹੈ, ਆਹ ਚੀਜ਼ ਹੋਣੀ ਚਾਹੀਦੀ ਹੈ। ਇਹ ਉਹੀ ਚੀਜ਼ ਮੈਂ ਸਾਰੇ 150 ਕਰੋੜ ਲੋਕਾਂ ਨੂੰ ਦੱਸਾਂਗਾ, ਸਰਕਲ ਕਰਾਂਗਾ ਮੀਡੀਆ ਥਰੂ, ਜਿਵੇਂ ਮਰਜ਼ੀ ਹੈ ਨਾ। ਉਹਦੇ ਨਾਲ ਜੇ 150 ਕਰੋੜ ਦੇ ਲੋਕ ਕਹਿੰਦੇ ਨੇ ਵੀ ਹਾਂ ਜੀ ਸਹੀ ਹੈ, ਤਾਂ ਉਹ ਚੀਜ਼ ਸੰਸਦ ਦੇ ਵਿੱਚ ਜਾਏਗੀ, ਉੱਥੇ ਜਾ ਕੇ ਪੀਐਮ ਦੀ ਸਟੈਂਪ ਲੱਗ ਜਾਏਗੀ ਤੇ ਉਹ ਚੀਜ਼ ਇੰਪਲੀਮੈਂਟ ਹੋ ਜਾਏਗੀ ਕੰਪਨੀ ਦੇ ਵਿੱਚ। ਠੀਕ ਹੈ, ਕੱਲ ਨੂੰ ਜਿਹੜੀ ਗੱਲ ਤੁਸੀਂ ਕਹੀ ਕਿ ਮੈਂ ਕੰਪਨੀ ਲੋਕਾਂ ਨੂੰ ਗਿਫਟ ਕਰ ਦਾਂ ਇੱਕ ਬਣਾ ਕੇ, ਠੀਕ ਹੈ, ਕੱਲ ਨੂੰ ਤੁਸੀਂ ਕਰ ਦਿੰਦੇ ਹੋ ਜਾਂ ਮੈਂ ਕਰ ਦਾਂ, ਕੱਲ ਨੂੰ ਉਹਦੇ 'ਚ ਫਿਰ ਗੱਲ ਤਾਂ ਉੱਥੇ ਆ ਗਈ। ਕੱਲ ਨੂੰ ਜੇ ਉਹਦੇ ਲਾਸਟ ਦੇ ਵਿੱਚ ਤਾਂ ਉਹੀ ਹੈ ਕਿ ਆਖਰ ਜੋ ਮੈਂ ਚਾਹੂੰਗਾ ਉਹੀ ਹੋਊਗਾ। ਮਤਲਬ ਜੋ ਚਾਹੂੰਗਾ, ਮਤਲਬ ਮੈਂ ਜਦੋਂ ਮੈਂ ਕ੍ਰੀਏਟ ਕੀਤੀ ਆ ਤਾਂ ਕੱਲ ਨੂੰ ਰਾਈਟਸ ਤਾਂ ਮੇਰੇ। ਨਹੀਂ, ਮੈਂ ਵੀ ਬਰਾਬਰ ਦਾ ਉਹ ਹੈ, ਮੈਂ ਵੀ ਬਰਾਬਰ ਦਾ ਤੁਹਾਡੇ ਹੱਕਦਾਰ ਹਾਂ, ਨੋ ਡਾਊਟ। ਜੇ ਮੈਂ ਚਲਾਉਂਗਾ ਉਹ ਗੱਲ ਵੱਖਰੀ ਹੈ, ਕਿਉਂਕਿ ਇੱਕ ਬੰਦੇ ਨੂੰ ਇੱਕ ਲੀਡਰ ਤਾਂ ਬਹੁਤ ਜ਼ਰੂਰੀ ਹੈ ਨਾ ਚਲਾਉਣ ਲਈ। ਕੰਸੈਪਟ ਤਾਂ ਮੇਰਾ ਹੀ ਹੈ, ਕੋਈ ਚੱਕਰ ਨਹੀਂ ਹੈ। ਮੈਂ ਵੀ ਵੀਰੇ, ਮੈਂ ਵੀ ਤੁਹਾਡੇ ਬਰਾਬਰ ਦਾ ਹੀ ਹਾਂ, ਮੈਂ ਵੀ ਕੋਈ ਵੱਡਾ ਨਹੀਂ ਹੈਗਾ। ਕਿਸਾਨਾਂ ਕੋਲ ਨਹੀਂ ਤੁਸੀਂ ਇਹ ਗੱਲ ਪਹਿਲਾਂ ਲੈ ਕੇ ਗਏ? ਮੈਂ ਗਿਆ ਸੀਗਾ, ਮੈਂ ਤਾਂ ਸਿੰਘੂ ਬਾਰਡਰ ਜਾ ਕੇ ਆਇਆ, ਮੈਨੂੰ ਤਾਂ ਬੋਲਣ ਦਾ ਮੌਕਾ ਨਹੀਂ ਦਿੱਤਾ। ਉਹ ਕਹਿੰਦੇ ਪਹਿਲਾਂ 32 ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਜਿਹੜੇ ਮੇਨ ਬੰਦੇ ਉਹੀ ਬੋਲਣਗੇ। ਮੈਂ ਕੱਲ ਲੜ ਕੇ ਵੀ ਆਇਆ ਉਹਨਾਂ ਨਾਲ। ਇੱਕ ਬੰਦਾ ਮੈਨੂੰ ਕਹਿੰਦਾ ਬਾਈ ਤੂੰ ਤਾਂ ਐਵੇਂ ਕੰਪਨੀਆਂ ਦੀ ਗੱਲਾਂ ਕਰਦਾ। ਮੈਂ ਕਿਹਾ ਵੀਰੇ ਮੇਰੀ ਗੱਲ ਸੁਣ ਲੈ, ਤੂੰ ਬੇੜਾ ਬਿਠਾ ਦੇਗਾ ਦੇਸ਼ ਦਾ। ਆ ਬੰਦ ਕਰਕੇ ਨਾ ਆਹ ਜਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹੋ ਇਹ ਗਲਤ ਹੈ। ਮੈਨੂੰ ਕਹਿੰਦੇ ਤੂੰ ਜਾ ਇੱਥੋਂ ਕੰਪਨੀ ਨਾਲ, ਤਾਂ ਮੈਨੂੰ ਭਜਾਤਾ। ਮੈਂ ਕਿਹਾ ਕੋਈ ਗੱਲ ਨਹੀਂ ਪੁੱਤ, ਫੇਰ ਆਉਂਗਾ ਦੁਬਾਰਾ। ਇੱਕ ਹਾਂ ਬੋਲੋ। ਇਹ ਜਿਹੜੀ ਫਿਰ ਪੂਰਾ ਕਨਸੈਪਟ ਜਦੋਂ ਕਿਸਾਨਾਂ ਕੋਲ ਤੁਸੀਂ ਗਏ, ਉਹਨਾਂ ਨੇ ਵੈਸੇ ਸੁਣਿਆ, ਚਲੋ ਬੋਲਣ ਦਾ ਮੌਕਾ ਗੱਲ ਵੱਖਰੀ ਆ। ਮੇਰੀ ਗੱਲ ਸੁਣੋ, ਜਿਹੜੇ ਆਮ ਲੋਕ ਹੈ ਉਹਨਾਂ ਨੇ ਮੇਰਾ ਸੁਣਿਆ, ਕਹਿੰਦੇ ਬਾਈ ਸਹੀ ਕਹਿ ਰਿਹਾ ਤੂੰ। ਮੈਂ ਜਿਹੜੇ ਮਤਲਬ ਆਮ ਲੋਕ ਟਰਾਲੀਆਂ 'ਚ ਬੈਠੇ ਉਹਨਾਂ ਕੋਲ ਜਾ ਕੇ ਆਇਆ, ਕਹਿੰਦੇ ਬਾਈ ਸਹੀ ਹੈ ਤੂੰ, ਪਰ ਕਹਿੰਦੇ ਲੀਡਰ ਨਾਲ ਗੱਲ ਕਰ ਲਾ। ਲੀਡਰ ਮੈਨੂੰ ਮਿਲਣ ਤਾਂ ਸਹੀ, ਮੈਂ ਲੀਡਰ ਹਰ ਇੱਕ ਬੰਦੇ ਦੀ ਅਪਰੋਚ ਕਰਕੇ, ਮੇਰੇ ਕੋਲ ਰਾਜੇਵਾਲ ਦਾ ਨੰਬਰ ਹੈ, ਠੀਕ ਹੈ, ਉਹਨੂੰ ਮੈਂ ਅਪਰੋਚ ਕੀਤਾ, ਉਹਨੇ ਮੇਰਾ ਨੰਬਰ ਹੀ ਬੰਦ ਕਰਤਾ। ਉਹਨੂੰ ਮੈਂ ਆਪਣੀ ਵੀਡੀਓ ਭੇਜੀ, ਕੋਈ ਵੀ ਲੀਡਰ ਦੱਸ ਦਿਓ ਮੈਨੂੰ ਮਿਲਾ ਦਿਓ ਯਾਰ। ਮੈਂ ਤਾਂ PM CM ਹਰ ਕਿਸੇ ਨੂੰ ਅਪਰੋਚ ਕੀਤਾ, ਇਹਦੇ ਵਿੱਚ ਮੇਰਾ ਤਾਂ ਕੋਈ ਕਸੂਰ। ਬਾਈ ਜੀ ਮੈਨੂੰ ਕੋਈ ਮਿਲਣ ਤਾਂ ਦੇਵੇ, ਮੈਂ ਤਾਂ ਸਿੱਧੀ ਗੱਲ ਕਹਿਣਾ, ਮੈਨੂੰ ਇੱਕ ਵਾਰ ਮਿਲਾਓ ਤਾਂ ਸਹੀ, ਜੇ ਨਾ ਫੱਟੇ ਚੱਕਾਂ ਤੁਹਾਡੇ। ਮੈਂ ਤਾਂ ਸਿੱਧੀ ਗੱਲ ਕਹਿਣਾ, ਹਰ ਇੱਕ ਚੀਜ਼ ਕਲੀਅਰ ਕਰੂ ਕਿਹੜਾ ਬੰਦਾ ਕਿੱਥੇ ਗਲਤ ਹੈ। ਤੁਹਾਡੇ ਕਹਿਣ ਅਨੁਸਾਰ ਤਾਂ ਇਹ ਹੈ ਗੱਲ ਕਿ ਜਿਹੜਾ ਆਈਡੀਆ ਕਹਿ ਦਈਏ ਜਾਂ ਚਲੋ ਲਾਅ ਬਣਾਤਾ PM ਨੇ ਵੀ ਉਹ ਤਾਂ ਠੀਕ ਹੈ, ਤੁਸੀਂ ਉਹਦੇ ਹਿਸਾਬ ਦੇ ਨਾਲ ਅਪਡੇਟ ਨਹੀਂ ਹੋ ਰਹੇ। ਮੇਰੀ ਗੱਲ ਸੁਣੋ, ਤੁਹਾਨੂੰ ਇਹ ਪਤਾ ਨਾ ਲਾਅ ਬਣਾਤਾ ਕੰਪਨੀਆਂ ਦੇ ਫਾਇਦੇ ਦੀ ਗੱਲ, ਇਹ ਤਾਂ ਤੁਹਾਨੂੰ ਪਤਾ ਹੈ, ਇਹ ਤਾਂ ਤੁਹਾਨੂੰ ਪਤਾ ਹੈ ਨਾ। ਤੁਸੀਂ ਉਹੀ ਕੰਪਨੀ ਆਪ ਬਣਾ ਲਓ, ਤੁਸੀਂ ਫਾਇਦੇ ਲੈ ਲਓ ਜਿੰਨਾ ਮਰਜ਼ੀ ਤੁਸੀਂ ਕਹੋਗੇ। ਜੇ ਤੁਸੀਂ ਕਹੋਗੇ ਗਰੀਬਾਂ ਨੂੰ ਮਤਲਬ ਜਿੰਨੇ ਹਿਸਾਬ ਨਾਲ ਦੇਣਾ ਤੁਸੀਂ ਆਪਣੇ ਹਿਸਾਬ ਨਾਲ ਦੇ ਸਕਦੇ। ਤੁਹਾਡੇ ਹਿਸਾਬ ਨਾਲ ਕਿਉਂ ਨਹੀਂ ਬਣਾਉਂਦੇ ਉਹਨਾਂ ਨੂੰ ਕੀ ਲੱਗਦਾ? ਭਾਈ ਜੀ ਮੈਨੂੰ ਨਹੀਂ ਪਤਾ, ਉਹਨਾਂ ਤੋਂ ਜਾ ਕੇ ਤੁਸੀਂ ਪੁੱਛੋ ਵੀ ਤੁਸੀਂ ਕੰਪਨੀ ਕਿਉਂ ਨਹੀਂ ਬਣਾਉਂਦੇ, ਤੁਹਾਨੂੰ ਗਿਫਟ ਕਰਤੀ ਤੁਸੀਂ ਕਿਉਂ ਨਹੀਂ ਲੈਂਦੇ ਗਿਫਟ। ਪਰ ਉਹੀ ਇੱਕ ਗੱਲ ਕਹਿੰਦੇ ਕਿ ਕਿਸਾਨ ਉਹਨਾਂ ਅਪਡੇਟ ਨਹੀਂ ਹੈਗਾ, ਕਿਸਾਨ ਉਹਨਾਂ ਪੜ੍ਹਿਆ ਲਿਖਿਆ ਨਹੀਂ ਕਿ ਸਾਰੇ 2 ਮਿੰਟਾਂ 'ਚ ਅਪਡੇਟ ਕਰੂੰ। ਅਨਪੜ੍ਹ ਨੂੰ ਪੜ੍ਹਿਆ ਲਿਖਿਆ ਬਣਾ ਦੂੰ 2 ਮਿੰਟਾਂ 'ਚ। ਇਦਾਂ ਕਿਹੜੀਆਂ ਗੱਲਾਂ ਕਰਦੇ? ਇਹ ਪੋਸੀਬਲ ਜੇ ਕਹੀਏ ਕਿ ਵੀਰੇ ਗੱਲਾਂ ਤੋਂ ਇਲਾਵਾ ਜੇ ਪ੍ਰੈਕਟੀਕਲੀ ਕਰਨਾ ਪੈ ਜੇ ਉਹ ਕਿਵੇਂ? ਸਟਾਰਟ ਫਰੋਮ ਦਾ 1 ਕਰੋੜ ਜੌਬ ਆਲ ਓਵਰ ਇੰਡੀਆ। ਕਿੱਦਾਂ ਹੋਏਗੀ? ਮਤਲਬ ਕੀ ਹੈ ਇਹਦੇ ਵਿੱਚ? ਜਿਹੜੇ 1 ਕਰੋੜ ਬੰਦਾ ਹੈ ਉਹ ਸਾਰੇ ਬੰਦਿਆਂ ਨੂੰ ਜਾ ਕੇ ਡਾਟਾ ਕਲੈਕਟ ਕਰੇਗਾ ਵੀ ਤੁਹਾਨੂੰ ਕੀ ਚਾਹੀਦਾ, ਚਾਹੀਦਾ ਕੀ ਹੈ ਤੁਹਾਨੂੰ, ਮੈਨੂੰ ਦੱਸੋ ਤੁਹਾਨੂੰ ਕੀ ਚਾਹੀਦਾ, ਵੀ ਪੈਸਾ ਕਿੰਨਾ ਚਾਹੀਦਾ ਤੇ ਜੌਬ ਕਿਹੜੀ ਚਾਹੀਦੀ ਹੈ। ਠੀਕ ਹੈ, ਉਹ ਕਹੂਗਾ ਜੀ ਮੈਨੂੰ ਇੰਨਾ ਪੈਸਾ ਚਾਹੀਦਾ, ਇੰਨੀ ਜੌਬ, ਕੋਈ ਗੱਲ ਨਹੀਂ ਮਿਲ ਜੂਗੀ, ਡੋਂਟ ਵਰੀ। ਠੀਕ ਹੈ, ਉਹ ਫਿਰ ਕੰਪਨੀ ਦੀ ਜ਼ਿੰਮੇਵਾਰੀ ਬਣੂਗੀ ਵੀ ਕਿਵੇਂ ਉਹਨਾਂ ਨੂੰ ਪੈਸਾ ਕਲੈਕਟ ਕਰਨਾ, ਕਿਵੇਂ ਉਹਨਾਂ ਨੂੰ ਜੌਬ ਦੇਣੀ ਹੈ, ਕਿਵੇਂ ਉਹਨਾਂ ਦੀ, ਜਾਂ ਕਿਸਾਨ ਕਹਿੰਦਾ ਕਿ ਮੇਰੀ ਫਸਲ ਵੇਚਣੀ, ਕਿਵੇਂ ਵੇਚਣੀ ਹੈ। ਜੇ ਮੰਨ ਲਓ ਮਿਡਲ ਈਸਟ ਦੇ ਵਿੱਚ
ਆਪਣੀ ਵੀਟ ਹੈ ਜਾਂ ਕੁਛ ਹੋਰ ਹੈ ਸਿੱਧਾ ਆਪਾਂ ਕਰ ਸਕਦੇ ਹਾਂ, ਉੱਥੇ ਮਹਿੰਗੀ ਹੈ ਵਿਕਦੀ ਹੈ ਨਾ। ਇੱਥੇ ਮਤਲਬ 2000 ਨੂੰ ਲੈ ਕੇ ਉਧਰ ਜਿੰਨੀ ਮਰਜ਼ੀ ਵੇਚ ਦਿਓ ਹੈ ਨਾ। ਤੇ ਦੁਬਈ ਦੇ ਵਿੱਚ ਹੈ, ਹੋਰ ਹੈ, ਮਤਲਬ ਕਈ ਚੀਜ਼ਾਂ 'ਚ ਕਈ ਦੇਸ਼ਾਂ ਦੇ ਵਿੱਚ ਆਪਾਂ ਸਟ੍ਰਾਬੇਰੀ ਵੇਚ ਸਕਦੇ ਹਾਂ। ਮਤਲਬ ਉਸ ਟਾਈਪ ਨਾਲ ਕੰਪਨੀ ਹਰ ਇੱਕ ਚੀਜ਼ ਮਤਲਬ ਉਹਨਾਂ ਨੂੰ ਦੱਸੇਗੀ ਵੀ ਤੁਸੀਂ ਆਹ ਬੀਜੋ, ਇਹਦੇ ਨਾਲ ਤੁਹਾਨੂੰ ਜ਼ਿਆਦਾ ਫਾਇਦਾ। ਇੰਨੇ ਕਿਸਾਨ ਲੀਡਰ ਨੇ, ਉਹੀ 30-32 ਜਥੇਬੰਦੀਆਂ ਜਿਵੇਂ ਤੁਸੀਂ ਕਿਹਾ ਕਿ ਚਲੋ ਲੀਡਰ ਹੈਗੇ ਨੇਗੇ, ਉਹਨਾਂ ਨੇ ਇਹ ਗੱਲ ਹਮੇਸ਼ਾ ਇਹ ਗੱਲ ਕਰੀ ਕਿ ਆਖਰਕਾਰ ਕਿਸਾਨ ਬਚੂਗਾ ਕਿਵੇਂ ਆਉਂਦੇ ਸਮੇਂ ਦੇ ਵਿੱਚ। ਤੇ ਕਿਸਾਨਾਂ ਦੇ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਤਾਂ ਉੱਥੇ ਸਾਰੇ ਬੇਫਜ਼ੂਲ ਬੈਠੇ ਨੇਗੇ, ਉਹਨਾਂ ਨੂੰ ਮਤਲਬ ਬੈਠਣਾ ਨਹੀਂ। ਹਾਂ ਮੈਂ ਕਹਿਣਾ ਉੱਥੇ ਤਾਂ ਭੋਲੇ ਭਾਲੇ ਲੋਕ ਬੈਠੇ ਆ। ਜਿਹੜਾ ਬੰਦਾ ਮੂਹਰੇ ਹੈ ਉਹ ਬੰਦੇ ਦੀ ਸੋਚ ਹੀ ਨਹੀਂ ਹੈਗੀ ਵੀ ਮੈਂ ਜਾਊਂਗਾ, ਉਹ ਤਾਂ ਉੱਥੇ ਬੈਠੇ ਆ 40 ਕਿਲੋਮੀਟਰ ਪਿੱਛੇ ਬੈਠਾ। ਜਿਹੜੇ ਗੱਲ ਕਰਨੀ ਤੁਸੀਂ ਪੀਐਮ ਨਾਲ ਜਾ ਕੇ ਕਰੋ, 2 ਬੰਦੇ ਕਰ ਲਓ ਗੱਲ। ਇੰਨੇ ਲੋਕਾਂ ਨੂੰ ਬਿਠਾਉਣ ਦਾ ਕੀ ਫਾਇਦਾ, ਉੱਥੇ ਬੈਠੇ ਬੈਠੇ ਮਰ ਜਾਣਗੇ। 300 ਲੋਕੀ ਮਰੇ ਆ, ਤੁਹਾਨੂੰ ਪਤਾ ਹੈ ਮਰੇ ਆ, ਤਾਂ ਉਹਦਾ ਕਾਰਨ ਕੌਣ ਹੈ? ਪੀਐਮ ਨੇ ਗੋਲੀ ਤਾਂ ਨਹੀਂ ਚਲਾਈ, ਇਸ ਚੀਜ਼ ਦੀ ਮੈਂ ਗਰੰਟੀ ਦਿੰਦਾ। ਨਹੀਂ ਇਹ ਤਾਂ ਕੱਲ੍ਹ ਨੂੰ ਜੇ ਕਹੀਏ ਉਹ ਤੁਸੀਂ ਤਾਂ ਠੀਕ ਉਸੇ ਤਰੀਕੇ ਨਾਲ ਗੱਲ ਕਰ ਰਹੇ ਹੋ, ਕੱਲ੍ਹ ਨੂੰ ਕਹਿ ਦੇਣਗੇ ਕਿ ਇਹ ਤਾਂ ਇੱਕ ਤਰ੍ਹਾਂ ਦਾ ਬੀਜੇਪੀ ਦਾ ਏਜੰਟ ਹੈ ਜੀ, ਬੀਜੇਪੀ ਦਾ ਪ੍ਰਚਾਰ ਕਰ ਰਿਹਾ ਹੈ। ਬਾਈ ਜੀ ਬੀਜੇਪੀ ਦੀ ਗੱਲ ਨਹੀਂ, ਮੈਂ ਤਾਂ ਕਿਸੇ ਨੂੰ ਵੋਟ ਹੀ ਨਹੀਂ ਪਾਈ ਅੱਜ ਤੱਕ, ਨਾ ਬੀਜੇਪੀ ਨੂੰ ਪਾਈ ਨਾ ਕਾਂਗਰਸ ਨੂੰ ਪਾਈ ਹੈ। ਮੈਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਜੀ, ਮੈਨੂੰ ਕੋਈ ਨਾ ਮੈਨੂੰ ਬੀਜੇਪੀ ਦੀ ਲੋੜ ਹੈ ਨਾ ਮੈਨੂੰ ਕਾਂਗਰਸ ਦੀ ਲੋੜ ਹੈ। ਮੈਨੂੰ ਤਾਂ ਸਿਰਫ ਮੈਨੂੰ ਲੋਕਾਂ ਦੀ ਲੋੜ ਹੈ। ਮੈਂ ਲੋਕਾਂ ਨੂੰ ਬਚਾਉਣਾ, ਮੈਂ ਲੋਕਾਂ ਦੀ ਗਰੀਬੀ ਚੱਕਣੀ ਹੈ, ਮੇਰਾ ਟਾਰਗੇਟ ਹੈ। ਤੇ ਫਿਰ ਜਿਹੜੇ ਉੱਥੇ ਜਿੰਨੇ ਲੋਕ ਬੈਠੇ ਸੀ ਜਦੋਂ ਉੱਥੇ ਗਏ ਹੋ, ਸਿੰਘੂ ਬਾਰਡਰ ਗਏ ਹੋ, ਉਹਨਾਂ 'ਚ ਕੋਈ ਸਹਿਮਤ ਹੋਏ ਨਾਲ, ਸਹਿਮਤ ਹੋ ਕੇ ਤੁਰੇ ਨਹੀਂ ਹੈਗੇ ਵੀ ਠੀਕ ਆ ਮੁੰਡਾ ਕਹਿੰਦਾ ਚਲੋ ਜ਼ਰੂਰ। ਜਿਹੜੇ ਆਪਣੇ ਸੀਗੇ ਆਪਣੇ ਕੀ ਕਹਿੰਦੇ ਹੁੰਦੇ, ਆਪਣੇ ਜਿਹੜੇ ਬਾਬੇ ਹੁੰਦੇ ਕੀ ਕਹਿੰਦੇ ਉਹਨਾਂ ਨੂੰ ਆਪਾਂ ਬਜ਼ੁਰਗ ਬੈਠੇ ਨੇ। ਨਹੀਂ ਉਹ ਤਾਂ ਹੈਗੇ ਸੀਗੇ, ਜਿਹੜੇ ਆਪਣੇ ਸਿੰਘ ਹੁੰਦੇ ਆ ਉਹਨਾਂ ਨਾਲ ਵੀ ਮੈਂ ਨਿਹੰਗ ਸਿੰਘ ਕੀਤੀ। ਉਹ ਕਹਿੰਦੇ ਵਧੀਆ ਬੇਟਾ ਵਧੀਆ, ਕਿਉਂਕਿ ਵਿਚਾਰੇ ਆਮ ਲੋਕਾਂ ਤੋਂ ਪੁੱਛੇ ਨਹੀਂ ਜਾਂਦਾ ਵੀ ਸਾਡੇ ਨਾਲ। ਉਹਨਾਂ 80-90% ਲੋਕਾਂ ਨੂੰ ਇਹ ਨਹੀਂ ਪਤਾ ਕਿ ਚੱਲ ਕੀ ਰਿਹਾ, ਵੀ ਕਿਹੜੀ ਗੱਲ ਹੋ ਰਹੀ ਹੈ। ਕਿਉਂਕਿ ਜੇ ਤਾਂ ਇਕੱਲੇ ਤੋਂ ਗੱਲ ਪੁੱਛੀ ਜਾਵੇ ਵੀ ਬਾਈ ਤੂੰ ਕੀ ਚਾਹਣਾ, ਫਿਰ ਤਾਂ ਪਤਾ ਲੱਗੇ। ਸਮਝ ਰਹੇ ਹੋ? ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ। ਮੈਂ ਉਹਨਾਂ ਤੋਂ ਮੰਗਿਆ, ਮੈਂ ਕਿਹਾ ਰਾਜਲ ਸਾਹਿਬ ਦਾ ਨੰਬਰ ਦੇ ਦਿਓ। ਕਹਿੰਦੇ ਸਾਡੇ ਕੋਲ ਤਾਂ ਪਤਾ ਹੀ ਨਹੀਂ ਹੈਗਾ, ਸਾਡੇ ਕੋਲ ਤਾਂ ਨੰਬਰ ਹੀ ਨਹੀਂ, ਸਾਡੇ ਤਾਂ ਗੱਲ ਹੀ ਨਹੀਂ ਕਰਦੇ। ਮੈਂ ਕਿਹਾ ਤੁਸੀਂ ਬੈਠੇ ਕਿਉਂ ਇੱਥੇ ਫਿਰ? ਕਹਿੰਦਾ ਬਸ ਤੂੰ ਹੀ ਬੈਠੇ ਆ, ਬਸ ਠੀਕ ਹੈ ਕਹਿਤਾ ਬੈਠੇ ਆ। ਕਹਿੰਦਾ ਗੱਲਾਂ ਮਾਰ ਕੇ ਚੱਲ ਜੰਨੇ ਆ ਅਸੀਂ। ਮੈਂ ਕਿਹਾ ਇਹ ਤਾਂ ਗੱਲ ਗਲਤ ਆ, ਤੁਸੀਂ ਇੱਥੇ ਬੈਠੇ ਮਰ ਜਾਓਗੇ, ਨਾਲੇ ਲੋਕਾਂ ਦਾ ਜਿਹੜੇ ਇੱਥੇ ਨੇੜੇ ਦੇ ਆ ਉਹਨਾਂ ਦਾ ਵਪਾਰ ਬੰਦ ਪਿਆ, ਕਿਵੇਂ ਚੱਲੂਗਾ ਦੱਸੋ ਮੈਨੂੰ? ਉਹਨਾਂ ਨੂੰ ਰੋਟੀ ਦੇ ਰਹੇ ਹੋ ਤੁਸੀਂ, ਪੈਸੇ ਦੇ ਰਹੇ ਹੋ ਜਿੰਨੇ ਚਾਹੀਦੇ ਉਹਨਾਂ ਨੂੰ? ਇਹ ਤਾਂ ਗਲਤ ਗੱਲ ਹੈ ਨਾ, ਇਹ ਇਦਾਂ ਨਹੀਂ ਹੋ ਸਕਦਾ। ਜਿਹੜਾ ਤੁਸੀਂ ਕਰਨਾ ਕੰਮ ਕਰਕੇ ਪਰਾਂ ਕਰੋ, ਐਕਸ਼ਨ ਤਾਂ ਕਰੋ, ਬੈਠੇ ਕਿਉਂ ਹੋ? ਇਹ ਮਿਲਾ ਕੇ ਜਿਹੜਾ ਫਿਰ ਇੰਨੇ ਸਾਲ ਸਿਸਟਮ ਚੱਲਿਆ ਆ, ਜੇ ਤੁਹਾਡੀ ਗੱਲ ਸਹੀ ਮੰਨ ਲਈਏ ਇੰਨੇ ਸਾਲ ਸਿਸਟਮ ਚੱਲਿਆ ਆ, ਉਹ ਬੇਫਜ਼ੂਲਾ ਚੱਲਿਆ ਆ ਕਿਹੜਾ? ਨਹੀਂ ਸਹੀ ਸੀਗਾ ਸਿਸਟਮ ਮਾੜਾ ਨਹੀਂ ਸੀ, ਪਰ ਜਿਹੜੇ ਸਾਈਡ ਇਫੈਕਟ ਹੈ ਨਾ ਉਹ ਬਾਅਦ ਚ ਆਉਂਦੇ। ਕਿਸੇ ਵੀ ਚੀਜ਼ ਦੇ ਜਿਹੜੇ ਸਾਈਡ ਇਫੈਕਟ ਹੁੰਦੇ ਨਾ, ਤੁਸੀਂ ਗੋਲੀ ਲੈਂਦੇ ਹੋ ਕੁਝ ਵੀ ਲੈਂਦੇ ਹੋ, ਉਹਦੇ ਸਾਈਡ ਇਫੈਕਟ ਬਾਅਦ ਚ ਅਸਰ ਕਰਦੀ ਹੈ ਨਾ। ਕੋਈ ਵੀ ਆਪਾਂ ਚੀਜ਼ ਕਰਦੇ ਆ, ਕੰਮ ਕਰਦੇ ਆ, ਰਿਜ਼ਲਟ ਬਾਅਦ ਚ ਆਉਂਦੇ ਆ। ਚੰਗੇ ਮਾੜੇ ਰਿਜ਼ਲਟ ਬਾਅਦ ਚ। ਤੁਸੀਂ ਕੋਈ ਵੀ ਪੁੰਨ ਪਾਪ ਕਰਦੇ ਹੋ ਰਿਜ਼ਲਟ ਬਾਅਦ ਚ ਆਉਣਗੇ, ਐਟ ਏ ਟਾਈਮ ਕੁਝ ਨਹੀਂ ਹੁੰਦਾ। ਨਹੀਂ ਫਿਰ ਇੰਨੇ ਸਿਸਟਮ ਜਦੋਂ ਚੱਲਿਆ ਆ, ਉਸ ਸਿਸਟਮ ਨੂੰ ਸਰਕਾਰ ਨੇ ਛੇੜਿਆ। ਇੱਕ ਗੱਲ ਤੁਸੀਂ ਵੀ ਸਮਝਣ ਦੀ ਕੋਸ਼ਿਸ਼ ਕਰੋ, ਸਰਕਾਰ ਨੇ ਸਿਸਟਮ ਛੇੜਿਆ। ਪਰ ਇਹ ਜਿਹੜਾ ਪੂਰਾ ਇੱਕ ਲਾਅ ਬਣਾਤਾ, ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਦੇ ਵਿੱਚ ਚੀਜ਼ਾਂ ਜਾ ਰਹੀਆਂ। WTA ਦਾ ਮੇਨ ਟਾਰਗੇਟ WTA। ਮੇਰੀ ਗੱਲ ਸੁਣੋ, ਮੰਨ ਲਓ ਤੁਸੀਂ ਚਿੜੀਆ ਘਰ ਚ ਜਾਂਦੇ ਹੋ, ਚਿੜੀਆ ਘਰ ਚ ਜਾਨਵਰ ਕਿਵੇਂ ਹੁੰਦੇ ਆ? ਸਹੀ ਗੱਲ ਦੱਸਿਓ, ਕਿਵੇਂ ਹੁੰਦੇ ਆ? ਮਰੇ ਜੇ ਹੁੰਦੇ ਆ ਨਾ। ਜੇ ਤੁਸੀਂ ਉਸੇ ਚੀਜ਼ ਜੰਗਲ ਚ ਦੇਖਿਓ, ਜੰਗਲ ਚ ਕਿਵੇਂ ਹੁੰਦੇ ਆ? ਜੰਗਲ 'ਚ ਵਧੀਆ ਨਰੋਏ ਹੋਣਗੇ ਹੈ ਨਾ, ਕਿਉਂਕਿ ਉੱਥੇ ਜ਼ਿਆਦਾ ਚੀਜ਼ਾਂ ਹੈਗੀਆਂ ਨੇ। ਜੇ ਆਪਾਂ ਚਿੜੀਆ ਘਰ ਨੂੰ ਜੰਗਲ ਦੇ ਵਿੱਚ ਮਿਕਸ ਕਰ ਦਈਏ ਤਾਂ ਕੀ ਹੋਊਗਾ? ਜਿਹੜੇ ਮਰੇ ਜੇ ਪਏ ਆ ਉਹ ਵੀ ਤਕੜੇ ਹੋ ਜਾਣਗੇ, ਕੁਛ ਨਾ ਕੁਛ ਤਾਂ ਖਾਣਗੇ। ਕਿਤੇ ਇਹ ਨਾ ਹੋਵੇ ਉਹ ਤਕੜੇ ਜੇ ਉਹਨਾਂ ਨੂੰ ਖਾ ਜਾਣ। ਬਾਜੀ ਐਦਾਂ ਮੇਰੀ ਗੱਲ ਸੁਣੋ, ਚੰਗਾ ਮਾੜਾ ਹਰ ਕਿਤੇ ਹੁੰਦਾ। ਹੁਣ ਵੀ ਮਾੜੇ ਨੂੰ ਚੰਗਾ ਖਾਈ ਰਿਹਾ, ਚੰਗਾ ਮਾੜੇ ਨੂੰ ਖਾਈ ਰਿਹਾ। ਕਿਵੇਂ? ਮੇਰੀ ਗੱਲ ਸੁਣੋ, ਕਿਸਾਨ ਕਹਿੰਦੇ ਅਸੀਂ ਤਾਂ ਖਾਂਦੇ ਨਹੀਂ। ਮੈਂ ਕਹਿੰਦਾ ਜਿਹੜੇ ਗਰੀਬ ਹੈ ਵਿਚਾਰੇ, ਉਹਨਾਂ ਦੇ ਸੀਰੀ ਲੱਗੇ ਹੋਏ ਆ, ਉਹਨਾਂ ਨੂੰ 6000 ਰੁਪਇਆ ਮਿਲਦਾ ਮਹੀਨੇ ਦਾ, ਜਦਕਿ ਜਿਹੜਾ ਮਤਲਬ ਉਹ ਹੈਗਾ ਸਰਕਾਰ ਨੇ ਕੀਤਾ ਹੋਇਆ 13000 ਮਤਲਬ 13000 ਰੁਪਇਆ ਹੋਣਾ ਚਾਹੀਦਾ, ਜਿਹੜੀ ਉਹਨਾਂ ਦੀ ਉਹ ਹੋਣੀ ਚਾਹੀਦੀ ਹੈ ਨਾ ਇਨਕਮ, 13000 ਹੋਣੀ। ਹਾਂ DC ਰੇਟ ਕਹਿ ਦਿੰਦੇ ਆ ਹੈ ਨਾ, ਜਦਕਿ ਉਹ ਤਾਂ ਐਕਸਪਲੋਇਟ ਤਾਂ ਉੱਥੇ ਵੀ ਹੋ ਰਿਹਾ ਯਾਰ, ਗਰੀਬ ਵੀ ਮਰ ਰਿਹਾ ਉੱਥੇ। ਦੱਸੋ ਮੈਨੂੰ, ਜਵਾਬ ਦੇ ਦਿਓ। ਚੱਲ ਕਿਸਾਨ ਅੰਬਾਨੀ ਦਾ ਨਹੀਂ ਖਾ ਰਿਹਾ, ਕਿਸਾਨ ਕਿਹੜਾ ਨਹੀਂ ਖਾ ਰਹੇ? ਫਿਰ ਉਹਨਾਂ ਨੂੰ ਕਿਸੇ ਦਾ ਪੈਸਾ ਖਾਣਾ ਪਾਪ ਹੈ। ਤੁਸੀਂ ਕਹਿੰਦੇ ਕਨਸੈਪਟ ਤੁਸੀਂ ਜਿਵੇਂ ਸਮਝਾਇਆ ਆਪਦਾ ਕਿ ਕੰਪਨੀ ਬਣਾਓ ਤੁਸੀਂ, ਵੀ ਜੇ ਮੁਕਾਬਲਾ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਧਰਨੇ ਨਾਲ ਨਹੀਂ, ਅੱਗੇ ਮੁਕਾਬਲਾ ਕਰੋ ਤੁਸੀਂ ਡਟ ਕੇ ਉਹਨਾਂ ਦਾ। ਯੈਸ, ਆਹੀ ਤਾਂ ਪਾਵਰ ਹੋਣੀ ਚਾਹੀਦੀ ਮੁਕਾਬਲੇ ਦੇ ਵਿੱਚ। ਗੱਲ ਹੁਣ ਇਹ ਆ, ਹੁਣ ਜਿਹੜੀ ਇਹ ਤੁਸੀਂ ਸ਼ੁਰੂਆਤ ਕਰੀ ਆ, ਪ੍ਰਧਾਨ ਮੰਤਰੀ ਉੱਥੇ ਆਫਿਸ ਚਿੱਠੀ ਦੇ ਆਏ, ਸਿੰਘੂ ਬਾਰਡਰ ਤੁਸੀਂ ਉੱਥੇ ਜਾ ਕੇ ਗੱਲ ਕਰੀ, ਚਲੋ ਚਿੱਠੀ ਵੀ ਪੜਾਈ ਹੋਣੀ ਆ ਉੱਥੇ। ਬਾਈ ਚਿੱਠੀ ਮੇਰੀ ਪੜ੍ਹੀ ਨਹੀਂ ਉਹਨਾਂ ਨੇ। ਨਹੀਂ ਚਲੋ ਉਹੀ ਗੱਲ ਆ ਗਈ ਵੀ ਚਲੋ ਉੱਥੇ ਤੁਸੀਂ ਦੱਸਿਆ, ਇਹ ਫਿਰ ਅੱਗੇ ਵੀ ਕੰਪੇਨਿੰਗ ਸ਼ੁਰੂ ਰੱਖੋਗੇ? ਮੈਂ ਤਾਂ ਕਹਿਣਾ ਚੁਕਾਓ ਸਹੀ, ਮੈਂ ਤਾਂ ਫੱਟੇ ਚੱਕ ਦੂੰ, ਦੱਸੋ ਕਿੱਥੇ ਕਰਨੀ। ਨਹੀਂ ਤਾਂ ਚਲੋ ਜਿਹੜੀ ਕਹਾਂਗੇ ਅਸੀਂ ਤਾਂ ਜਿੰਨੇ ਲੋਕ ਤੁਹਾਡੇ ਨੇ, ਸਾਡੇ ਲੋਕ ਜਿੰਨੇ ਦਰਸ਼ਕ ਨੇ ਉਹ ਸਾਰੀ ਗੱਲ ਸੁਣ ਰਹੇ ਨੇ ਵੀ, ਯਾਨੀ ਕਿ ਇਹਨੂੰ ਕੰਪੇਨਿੰਗ ਦਾ ਰੂਪ ਦਵੋਗੇ ਇੱਕ ਤੁਸੀਂ। ਮੈਂ ਤਾਂ ਤਿਆਰ ਹਾਂ ਭਾਜੀ, ਮੇਰੇ ਨਾਲ ਜੁੜੋ ਤਾਂ ਸਹੀ। ਮੈਂ ਤਾਂ ਕਹਿਣਾ ਲੱਖਾ ਸਧਾਨਾ, ਦੀਪ ਸਿੱਧੂ, ਕਿੰਨੇ ਘੈਂਟ ਬੰਦੇ ਆ, ਲੀਡਰ ਹੈ ਉਹ, ਠੀਕ ਹੈ ਨਾ, ਉਹ ਆਉਣ ਨਾਲ। ਜਿਹੜੇ ਅੰਕਲ ਹੈਗੇ ਆਪਣੇ, ਜਿਹੜੇ ਜੋ ਵੀ ਕਿਸਾਨ ਯੂਨੀਅਨ ਲੀਡਰ ਅੰਕਲ ਹੈਗੇ, ਉਹਨਾਂ ਨੂੰ ਵੀ ਨਾਲ ਲੈ ਕੇ ਆਓ। ਮਤਲਬ ਦੇਸ਼ ਇੱਕ ਹੋ ਜਾਓ। ਆਪਾਂ PM ਤੋਂ ਵੀ ਮਨਾ ਲਾਂਗੇ 2 ਮਿੰਟਾਂ, ਜਿਹੜੇ ਉਹਨਾਂ ਨੂੰ 8 ਮਹੀਨੇ ਹੋ ਗਏ ਨਾ, ਮੈਂ ਕਹਿਣਾ 2 ਦਿਨਾਂ 'ਚ ਕਰਾ ਸਕਦਾ ਮੈਂ ਕੰਮ ਇੱਦਾਂ ਕਰਕੇ।
ਨਾਲ ਮਿਲੋ। ਮੈਂ ਤਾਂ ਚਿੱਠੀ ਦਾ ਫਿਰ ਇੰਤਜ਼ਾਰ ਰਹੂਗਾ, ਕੋਈ ਜਵਾਬ ਆਊਗਾ ਕੋਈ? ਭਾਜੀ 15 ਦਿਨਾਂ ਤੱਕ ਤਾਂ ਵੇਟ ਕਰਾਂ ਮੈਂ, ਸਿੱਧੀ ਜੀ ਗੱਲ ਹੈ। ਕੋਈ ਗੱਲ ਨਹੀਂ, ਮੈਂ ਹੋਰ ਭਾਜੀ ਮੈਂ ਫੱਟੇ ਚੱਕ ਦੂੰ, ਕੋਈ ਚੱਕਰ ਨਹੀਂ। ਮੈਂ ਪੀਐਮ ਤੱਕ ਫਿਰ ਅਪਰੋਚ ਕਰੂੰ, ਮੈਂ ਪਿੱਛੇ ਹਟਣ ਵਾਲਾ ਨਹੀਂ ਹੈਗਾ। ਜਾਓਗੇ ਸਾਰਿਆਂ ਕੋਲ ਹੈ? ਭਾਜੀ ਮੈਂ ਤਾਂ ਹਰ ਕਿਸੇ ਕੋਲ ਗਿਆ, ਤੁਸੀਂ ਮੈਨੂੰ ਬੁਲਾਓ ਤਾਂ ਸਹੀ ਇੱਕ ਵਾਰੀ, ਕਿਸੇ ਨਾ ਦਿਨ ਤਾਂ ਪੜਾਕਾ ਪੈਣਾ ਹੀ ਹੈ ਤੇ ਫੱਟੇ ਚੱਕਣੇ ਆ ਮੈਂ ਤਾਂ। ਹੈਰੀ ਸਿੱਧੂ ਦੀ ਗੱਲ ਕਹਿਣ ਦੀ ਇਹ ਹੈ ਕਿ ਆਖਰ ਇਹ ਖੁਦ ਜੱਟ ਜ਼ਿਮੀਂਦਾਰ ਪਰਿਵਾਰ ਚੋਂ ਆਉਂਦਾ ਹੈ। ਇਹ ਕਹਿੰਦਾ ਕਿ ਪੂਰੇ ਕਨਸੈਪਟ ਨੂੰ ਸਮਝਣ ਦੀ ਲੋੜ ਹੈ। ਇੰਨਾ ਸਮਾਂ ਹੋ ਗਿਆ ਅੰਦੋਲਨ ਚੱਲਦੇ, ਕਿਸਾਨ ਉੱਥੇ ਬੈਠੇ ਨੇ, ਕਿਸਾਨ ਲੀਡਰ ਸਾਰੇ ਆਪਦੀ ਗੱਲ ਰੱਖ ਰਹੇ ਨੇ। ਇਹ ਕਹਿੰਦਾ ਖੈਰ ਮੇਰੀ ਗੱਲ ਕਿਸੇ ਨੇ ਉੱਥੇ ਸੁਣੀ ਨਹੀਂ, ਇਹ ਜਾ ਕੇ ਸਿੰਘੂ ਬਾਰਡਰ ਵੀ ਆਇਆ, ਹੁਣ ਪੀਐਮ ਨੂੰ ਵੀ ਇੱਕ ਚਿੱਠੀ ਦੇ ਕੇ ਆਇਆ, ਆਪਦਾ ਪੂਰਾ ਕਨਸੈਪਟ ਸਮਝਾ ਕੇ ਆਇਆ। ਆਖਰ ਗੱਲ ਕੀ ਹੈ, ਜਿਹੜਾ ਕਨਸੈਪਟ ਇਹ ਕਹਿ ਰਿਹਾ ਕਿ ਅੱਜ ਦੇ ਤਰੀਕ ਦੇ ਵਿੱਚ ਇਹ ਵਾਜਿਬ ਹੈਗਾ, ਕਿਸਾਨ ਉੱਡਾ ਸક્ષਮ ਹੋ ਸਕਦਾ, ਇਹ ਬੇਸ਼ੱਕ ਸਵਾਲ ਬਣਿਆ ਹੋਵੇ, ਪਰ ਇਹਨੇ ਆਪਦੀ ਜਿਹੜੀ ਜੰਗ ਆ ਉਹ ਸ਼ੁਰੂਆਤ ਕਰਤੀ ਆ। ਇਹ ਕਹਿੰਦਾ ਕਿ ਲੋਕਾਂ ਨੂੰ ਐਜੂਕੇਟ ਕਰਨਾ ਪਊਗਾ, ਲੋਕਾਂ ਨੂੰ ਉਸ ਲਿਹਾਜ਼ੇ 'ਚ ਲੈਣਾ ਆਊਗਾ ਕਿ ਆਖਰਕਾਰ ਉਹ ਵੀ ਇਹ ਸਮਝਣ ਕਿ ਸਮੇਂ ਦੇ ਹਿਸਾਬ ਦੇ ਨਾਲ ਅਸੀਂ ਕਿਸ ਤਰ੍ਹਾਂ ਦੇ ਨਾਲ ਅਪਡੇਟ ਹੋਣਾ। ਕਿਉਂਕਿ ਜਿਹੜੇ ਕੰਪਨੀਆਂ ਨੂੰ ਲੈ ਕੇ ਉਹ ਸਵਾਲ ਚੁੱਕਦੇ ਨੇ, ਖੁਦ ਕੰਪਨੀ ਕਿਉਂ ਨਹੀਂ ਬਣ ਜਾਂਦੇ, ਕਈ ਤਰ੍ਹਾਂ ਦੇ ਸਵਾਲ ਜੇ ਕਹੀਏ ਕਿ ਇਹਦੀ ਪੂਰੀ ਗੱਲਬਾਤ ਤੋਂ ਬਾਅਦ ਖੜੇ ਹੁੰਦੇ ਨੇ। ਖੈਰ ਸੋਚਣਾ ਹੋਊਗਾ ਕਿ ਆਖਰ ਕਿਸਾਨ ਲੀਡਰ ਇਹ ਗੱਲ ਸੁਣਨਗੇ ਜਾਂ ਜਿਹੜੇ ਇਹ ਮੁਹਿੰਮ ਨੂੰ ਲੈ ਕੇ ਚੱਲਦਾ ਲੋਕ ਇਹਦੇ ਨਾਲ ਸਹਿਮਤ ਕਿਵੇਂ ਹੁੰਦੇ ਨੇ, ਇਹਦਾ ਫੈਸਲਾ ਤੁਸੀਂ ਕਰੋਗੇ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।